ਪੰਦੇਰ ਸਾਹਿਬ, ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਅੱਜ ਨਰਿੰਦਰ ਮੋਦੀ ਨੂੰ ਕਿਹਾ ਕਿ ਤੁਸੀਂ ਜਿਹੜੀਆਂ ਗਲਤੀਆਂ ਹੋਈਆਂ ਕਾਂਗਰਸ ਸਰਕਾਰ ਦੌਰਾਨ, ਉਹ ਹੁਣ ਬੀਜੇਪੀ ਦੀ ਸਰਕਾਰ ਉਹਨਾਂ ਗਲਤੀਆਂ ਨੂੰ ਦਰੁਸਤ ਕਰੇ। ਵਾਸੂ ਜੀ, ਕੱਲ ਬਹੁਤ ਹੀ ਇੰਪ੍ਰੈਸਿਵ ਪ੍ਰੋਗਰਾਮ, ਬੇਸ਼ੱਕ ਸਾਰਿਆਂ ਨੇ ਦੇਖਿਆ ਹੋਣਾ, ਤੁਹਾਡੇ ਤਾਂ ਡੇ ਟਾਈਮ ਸੀਗਾ ਜੀ, ਕਿ 9ਵੇਂ ਗੁਰੂ ਦੇ 400ਵੇਂ ਪ੍ਰਕਾਸ਼ ਪੁਰਬ ਦੀਆਂ ਬਹੁਤ ਜਿਹੜੀ ਹੈਗੀ ਇੰਪ੍ਰੈਸਿਵ ਪ੍ਰੋਗਰਾਮ ਲਾਲ ਕਿਲੇ ਤੋਂ ਕੀਤਾ ਗਿਆ ਜੀ। ਔਰ ਅਸੀਂ ਆਪਣੇ ਪ੍ਰੋਗਰਾਮ 'ਚ ਪਹਿਲਾਂ ਵੀ ਗੱਲ ਕਰ ਚੁੱਕੇ ਸੀ ਬਈ ਸਮੇਂ ਦਾ ਫੇਰ ਦੇਖੋ, ਜਿਹੜੇ ਲਾਲ ਕਿਲੇ ਤੋਂ ਫਰਮਾਨ ਜਾਰੀ ਹੋਇਆ ਸੀ ਗੁਰੂ ਸਾਹਿਬ ਦੀ ਸ਼ਹੀਦੀ ਦਾ, ਉਸੇ ਲਾਲ ਕਿਲੇ ਤੋਂ ਉਸ ਵੇਲੇ ਜੇ ਹਾਕਮ ਨੇ ਸ਼ਹੀਦੀ ਦਾ ਫਰਮਾਨ ਦਿੱਤਾ ਸੀ, ਕੱਲ ਦੇ ਜਿਹੜੇ ਅੱਜ ਦਾ ਹਾਕਮ ਹੈ ਉਹ ਉਹਨਾਂ ਦੀ ਮਹਿਮਾ ਗਾ ਰਿਹਾ ਸੀ ਤੇ ਇੱਥੇ ਤੱਕ ਕਹਿ ਰਿਹਾ ਸੀ ਕਿ ਜੀ ਅਸੀਂ ਜਿਹੜਾ ਭਾਰਤ ਹੈ ਉਹ ਗੁਰੂਆਂ ਦੀ ਜਿਹੜੀ ਹੈਗੀ ਆ ਫਲਸਫੇ ਤੇ ਚੱਲਦਾ, ਅਸੀਂ ਗਲੋਬਲ ਜਿਹੜੀ ਹੈਗੀ ਆ ਬ੍ਰਦਰਹੁੱਡ ਦੀ ਗੱਲ ਕਰਦੇ ਆ, ਅਸੀਂ ਸਭ ਦੇ ਨੂੰ ਨਾਲ ਲੈ ਕੇ ਸਾਂਝੀਵਾਲਤਾ ਦੀ ਗੱਲ ਕਰਦਾ ਭਾਰਤ ਨੇ ਕਦੇ ਕਿਸੇ ਤੇ ਹਮਲਾ ਨਹੀਂ ਕੀਤਾ। ਉਹਨਾਂ ਨੇ ਇਨਡਾਇਰੈਕਟਲੀ ਯੂਕਰੇਨ ਵਾਰ ਵੱਲ ਵੀ ਇਸ਼ਾਰਾ ਕੀਤਾ ਤੇ ਫਿਰ ਕਹਿੰਦੇ ਉਹਨਾਂ ਨੇ ਇੱਥੇ ਤੱਕ ਵੀ ਗੱਲ, ਬਹੁਤ ਸਾਰੀਆਂ ਗੱਲਾਂ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਜਿਹੜੀ ਪਰੰਪਰਾ ਤੋੜ ਕੇ ਰਾਤ ਨੂੰ ਐਡਰੈਸ ਕੀਤਾ ਆਪਣੇ ਲਾਲ ਕਿਲੇ ਤੋਂ ਕਿਸੇ ਨੇ ਅੱਜ ਤੱਕ ਕਦੇ ਰਾਤ ਨੂੰ ਆਪਣਾ ਸੰਦੇਸ਼ ਨਹੀਂ ਸੀ ਦਿੱਤਾ। ਸੋ ਇਹਦਾ ਇੱਕ ਪਾਸਾ ਸੀ, ਪਰ ਉਹਦਾ ਜਿਹੜਾ ਰਿਐਕਸ਼ਨ ਹੈ ਉਹ ਵੀ ਹੋਇਆ ਕਿ SGPC ਨੇ ਵੀ, ਔਰ ਖਾਸ ਕਰਕੇ ਅਕਾਲ ਤਖਤ ਦੇ ਜਥੇਦਾਰ ਉਹਨਾਂ ਨੇ ਕਿਹਾ ਕਿ ਜੇ ਸਿੱਖਾਂ ਦਾ ਮਨ ਜਿੱਤਣਾ ਚਾਹੁੰਦੇ ਹੋ ਤਾਂ ਜਿਹੜੀ ਪਾਪ ਜਿਹੜੀਆਂ ਗਲਤੀਆਂ ਕਾਂਗਰਸ ਸਰਕਾਰਾਂ ਨੇ ਕੀਤੀਆਂ ਨੇ ਉਹਨਾਂ ਨੂੰ ਠੀਕ ਕਰੋ, ਉਹਨਾਂ ਨੂੰ ਦਰੁਸਤ ਕਰੋ। ਉਹਨਾਂ ਨੇ ਇੱਥੇ ਤੱਕ ਵੀ ਕਿਹਾ ਕਿ ਜਿਹੜੇ ਸਿੱਖਾਂ ਦੇ ਨਾਲ 1947 ਚ ਵਾਅਦੇ ਕੀਤੇ ਗਏ ਸੀ ਉਹ ਪੂਰੇ ਹੋਣੇ ਚਾਹੀਦੇ ਆ। ਤੇ ਉਹ ਕਹਿੰਦੇ ਜਿਹੜੀ ਕਿਉਂਕਿ ਸਿੱਖਾਂ ਨੇ ਕੰਟਰੀਬਿਊਟ ਕੀਤਾ ਇਸ ਦੇਸ਼ ਦੀ ਬਿਹਤਰੀ ਵਾਸਤੇ, ਨੇਸ਼ਨ ਬਿਲਡਿੰਗ ਦੇ ਵਿੱਚ ਬਹੁਤ ਵੱਡਾ ਜਿਹੜਾ ਸੀਗਾ ਜੀ ਸਿੱਖਾਂ ਦੀ ਕੰਟਰੀਬਿਊਸ਼ਨ ਹੈ, ਚਾਹੇ ਆਜ਼ਾਦੀ ਤੋਂ ਬਾਅਦ ਦੀ ਵੀ ਹੈ, ਪਰ ਸਿੱਖਾਂ ਨਾਲ ਅਨਿਆਂ ਹੋਇਆ। ਨਿਆਂ ਦੇ ਵਾਸਤੇ ਚਾਹੇ ਇੰਡੀਵਿਜੂਅਲ ਹੋਣ ਚਾਹੇ ਇੱਕ ਐਜ਼ ਏ ਕੌਮ ਹੋਵੇ, ਉਹਨਾਂ ਦੇ ਨਾਲ ਅਨਿਆਂ ਹੋਇਆ, ਉਹਦੀ ਉਹ ਗੱਲ ਉਹਨਾਂ ਨੇ ਕੀਤੀ ਹੈ। ਤੇ ਉਹਦੇ ਵਿੱਚ ਕਹਿੰਦੇ ਜਦ ਤੱਕ ਇਹ ਸਾਰੀਆਂ ਜਿਹੜੀਆਂ ਗਲਤੀਆਂ ਹੋਈਆਂ ਜਾਂ ਜਿਹੜਾ ਅਨਿਆਂ ਹੋਇਆ ਇਹਨੂੰ ਦਰੁਸਤ ਨਹੀਂ ਕੀਤਾ ਜਾਂਦਾ ਤਾਂ ਸਿੱਖਾਂ ਦੇ ਵਿੱਚ ਇੱਕ ਬੇਗਾਨਗੀ ਦੀ ਭਾਵਨਾ ਜਿਹੜੀ ਹੈ, ਬੇਗਾਨੇ ਆਪਣੇ ਆਪ ਨੂੰ ਸਮਝਦੇ ਨੇ ਇਸ ਮੁਲਕ ਦੇ ਵਿੱਚ ਜਿਹਦੇ ਵਾਸਤੇ ਉਹਨਾਂ ਨੇ ਘਾਲਣਾ ਘਾਲੀਆਂ ਨੇ, ਤਾਂ ਉਹ ਨਹੀਂ ਜਾਊਗੀ। ਸੋ ਉਹਨਾਂ ਨੇ ਜਿਹੜੀ ਹੈਗੀ ਆ, ਪਰ ਦੂਸਰੇ ਪਾਸੇ ਨਰਿੰਦਰ ਮੋਦੀ ਨੇ ਕਾਫੀ ਚੀਜ਼ਾਂ ਗਿਣਾਈਆਂ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਕੀਤਾ। ਫਿਰ ਇੱਥੇ ਤੱਕ ਵੀ ਹੈਗਾ ਜਿਹੜਾ ਸਿਟੀਜ਼ਨ ਅਮੈਂਡਮੈਂਟ ਐਕਟ ਜਿਹੜਾ ਕਹਿੰਦੇ ਉਹ ਪਾਸ ਕੀਤਾ, ਉਹਦੇ ਕਰਕੇ ਹੀ ਅਫਗਾਨਿਸਤਾਨ ਚੋਂ ਜਿਹੜੇ ਸਿੱਖ ਸੀਗੇ ਹੁਣ ਉਹਨਾਂ ਨੂੰ ਅਸੀਂ ਲਿਆ ਸਕੇ। ਫਿਰ ਉਹਨਾਂ ਨੇ ਅਫਗਾਨਿਸਤਾਨ ਚੋਂ ਕੁਝ ਪੁਰਾਤਨ ਸਰੂਪ ਸੀਗੇ ਗੁਰੂ ਗ੍ਰੰਥ ਸਾਹਿਬ ਦੇ, ਉਹਨਾਂ ਨੂੰ ਲਿਆਉਣ ਦੀ ਵੀ ਗੱਲ ਕੀਤੀ ਆ। ਸੋ ਇੱਕ ਲੈਵਲ ਦੇ ਉੱਤੇ ਇੱਕ ਸੈਕਸ਼ਨ ਜਿਹੜਾ ਹੈ ਸਿੱਖਾਂ ਦਾ ਵੀ ਔਰ ਦੇਸ਼ ਦਾ ਵੀ, ਬੀਜੇਪੀ ਦਾ ਰੂਲਿੰਗ ਸੈਕਸ਼ਨ ਵੀ ਦੇਖ ਰਿਹਾ, ਇਹਨੂੰ ਦੇਖ ਰਿਹਾ ਕਿ ਨਰਿੰਦਰ ਮੋਦੀ ਨੇ ਇੱਕ ਜਿਹਨੂੰ ਕਹਿੰਦੇ 올ਿਵ ਬ੍ਰਾਂਚ ਸਿੱਖ ਭਾਈਚਾਰੇ ਵੱਲ ਆਪਣੀ ਵਧਾਈ ਹੈ, ਇੱਕ ਹੱਥ ਵਧਾਇਆ ਵੀ ਆਪਾਂ ਇੱਕ ਕੋਆਪਰੇਟ ਕਰੀਏ। ਕਿਉਂਕਿ ਯਾਦ ਰੱਖਣਾ ਚਾਹੀਦਾ ਪਿਛਲੀਆਂ 2 ਪਾਰਲੀਮੈਂਟ ਔਰ ਪਿਛਲੀ ਜਿਹੜੀ ਅਸੈਂਬਲੀ ਦੀ ਇਲੈਕਸ਼ਨ ਹੋਈ ਆ ਪੰਜਾਬ ਨੇ, ਔਰ ਖਾਸ ਤੌਰ ਤੇ ਸਿੱਖਾਂ ਨੇ ਬੀਜੇਪੀ ਨੂੰ ਐਕਸੈਪਟ ਨਹੀਂ ਕੀਤਾ। ਬੀਜੇਪੀ ਕਾਫੀ ਇਸ ਦੇ ਉੱਤੇ ਜ਼ੋਰ ਪਾ ਰਹੀ ਹੈ ਕਿ ਸਿੱਖ ਜਿਹੜੇ ਹੈਗੇ ਆ ਉਹ ਬੀਜੇਪੀ ਦੇ ਨਾਲ ਰਹਿਣ। ਸਿੱਖਾਂ ਦੇ ਵਿੱਚ ਇੱਕ ਜਿਹੜੀ ਹੈਗੀ ਆ ਬੇਭਰੋਸਗੀ ਇਹ ਹੈਗੀ ਹੈ ਕਿ ਸਿੱਖ ਜਿਹੜਾ ਟੋਟਲ ਫਲਸਫਾ ਉਹਨੂੰ ਹਾਈਜੈਕ ਕਰਕੇ ਸਿੱਖ ਕੌਮ ਨੂੰ ਹਿੰਦੂ ਜਿਹੜਾ ਹੈਗਾ ਮੇਨ ਸਟ੍ਰੀਮ ਦੇ ਵਿੱਚ ਜਜ਼ਬ ਕਰਨ ਦੀ ਜਿਹੜੀ ਇਹ ਗੱਲ ਹੈਗੀ ਆ ਉਹ ਏਜੰਡਾ ਵਾ। ਸੋ ਇੱਕ ਬੇਭਰੋਸਗੀ ਦੀ ਜਿਹੜੀ ਇੱਕ ਗੱਲ ਆ ਉਹ ਅਕਾਲ ਤਖਤ ਦੇ ਜਥੇਦਾਰ ਔਰ ਈਵਨ SGPC ਦੇ ਜਿਹੜੇ ਪ੍ਰਧਾਨ ਨੇ ਐਡਵੋਕੇਟ ਹਰਜਿੰਦਰ ਧਾਮੀ, ਉਹਨਾਂ ਦਾ ਇੱਕ ਅਲੱਗ ਪ੍ਰੋਗਰਾਮ ਸੀ ਕੱਲ ਦਰਬਾਰ ਸਾਹਿਬ ਕੰਪਲੈਕਸ ਮੰਜੀ ਸਾਹਿਬ ਜਿਹੜਾ ਹਾਲ ਆ ਉੱਥੇ ਹੋਇਆ ਸੀ, ਉੱਥੇ ਉਹਨਾਂ ਨੇ ਇਹ ਗੱਲਾਂ ਕੀਤੀਆਂ ਨੇ। ਤੇ ਪੰਦੇਰ ਸਾਹਿਬ, ਨਵਜੋਤ ਸਿੰਘ ਸਿੱਧੂ ਬੜੇ ਸਰਗਰਮ ਹੋਏ ਨੇ। ਉਹਨਾਂ ਨੇ ਹੁਣ ਭਗਵੰਤ ਮਾਨ ਨੂੰ ਕਿਹਾ ਵੀ ਉਹ ਤਾਂ ਰਬੜ ਦਾ ਗੁੱਡਾ ਬਣ ਕੇ ਰਹਿ ਗਏ ਨੇ। ਬਿਲਕੁਲ, ਨਵਜੋਤ ਸਿੱਧੂ ਬਹੁਤ ਸਰਗਰਮ ਨੇ। ਨਵਜੋਤ ਸਿੱਧੂ ਕੱਲ ਜਿਹੜੇ ਪੰਜਾਬ ਦੇ ਗਵਰਨਰ ਹੈ ਬਨਵਾਰੀ ਲਾਲ ਪੁਰੋਹਿਤ, ਉਹਨਾਂ ਨੂੰ ਵੀ ਮਿਲੇ, ਇੱਕ ਮੈਮੋਰੈਂਡਮ ਦਿੱਤਾ ਔਰ ਇਹ ਦੱਸਿਆ ਕਿ ਪੰਜਾਬ ਦੇ ਕਈ ਜਿਹੜੇ ਭਖਦੇ ਮਸਲੇ ਨੇ ਸਪੈਸ਼ਲੀ ਲਾਅ ਐਂਡ ਆਰਡਰ, ਉਹਦੇ ਬਾਰੇ ਉਹਨਾਂ ਨੇ ਧਿਆਨ ਦਿਵਾਇਆ। ਇੱਕ ਜਗ੍ਹਾ ਦੇ ਉੱਤੇ ਬੋਲਦੇ ਕਿ ਅਸੀਂ ਮਿਲਿਆ ਤਾਂ ਟਾਈਮ ਸਿਰਫ 10 ਮਿੰਟ ਦਾ ਹੀ ਸੀ, ਪਰ ਗਵਰਨਰ ਨੇ ਨਵਜੋਤ ਸਿੱਧੂ ਨੂੰ ਕੋਈ 18 ਮਿੰਟ ਦਾ ਟਾਈਮ ਦੇ ਦਿੱਤਾ ਔਰ ਕਈ ਪ੍ਰੋਗਰਾਮ ਆਪਣੇ ਐਡਜਸਟ ਕੀਤੇ। ਸੋ ਜਿਹੜੇ
ਗਵਰਨਰ ਨੇ ਉਹਨਾਂ ਨੂੰ ਮੰਨਿਆ ਜਾਂਦਾ ਕਿ ਉਹ ਬੀਜੇਪੀ ਤੋਂ ਦੇ ਨੇੜਤਾ ਉਹਨਾਂ ਦੀ ਮੰਨੀ ਜਾਂਦੀ ਹੈ ਤੇ ਕਾਂਗਰਸ ਦੇ ਲੀਡਰ ਨੂੰ ਜਾਂ ਜੇ ਕਾਂਗਰਸ ਦੇ ਲੀਡਰ ਜਿਹੜਾ ਇਸ ਵੇਲੇ ਥੋੜਾ ਜਿਹਾ ਬਾਗੀ ਸੁਣਾ ਰਿਹਾ ਹੈ ਗਾ ਰਿਹਾ ਹੈ ਉਹਨੂੰ ਜਿਹੜੀ ਹੈਗੀ ਆ ਇੰਨਾ ਟਾਈਮ ਦੇਣਾ ਇਹ ਕਾਫੀ ਇੰਪੋਰਟੈਂਟ ਹੈ। ਸੋ ਉਹ ਤਾਂ ਇੱਕ ਪਾਸੇ ਦੀ ਗੱਲ ਆ, ਪਰ ਦੂਸਰੇ ਪਾਸੇ ਨਵਜੋਤ ਸਿੱਧੂ ਨੇ ਫਿਰ ਜਿਹੜੇ ਜਰਨਲਿਸਟਾਂ ਨਾਲ ਗੱਲ ਕਰਦੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਜਿਹੜੀ ਇੱਕ ਪਾਸੇ ਤਾਂ ਕੁਮਾਰ ਵਿਸ਼ਵਾਸ ਅਲਕਾ ਲਾਂਬਾ ਦੇ ਉੱਤੇ ਕੇਸ ਰਜਿਸਟਰ ਕਰਤੇ ਬਈ ਜਿਹੜੀਆਂ ਹੈਗੀਆਂ ਭੜਕਾਊ ਸਟੇਟਮੈਂਟਸ ਦੇਣ ਵਾਸਤੇ, ਦੂਸਰੇ ਪਾਸੇ ਪੰਜਾਬ ਦਾ ਲਾਅ ਐਂਡ ਆਰਡਰ ਖਤਮ ਹੋ ਰਿਹਾ, ਸਾਰੇ ਪਾਸੇ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਉਹਨਾਂ ਨੇ ਕਈ ਇੰਟਰਵਿਊਜ਼ ਨੇ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਜਿਹਦੇ ਵਿੱਚ ਭਗਵੰਤ ਮਾਨ ਨੂੰ ਆਪਣਾ ਬੇਸ਼ੱਕ ਛੋਟਾ ਭਰਾ ਤਾਂ ਜ਼ਰੂਰ ਦੱਸਿਆ, ਪਰ ਨਾਲ ਦੀ ਨਾਲ ਜਿਹੜਾ ਅਰਵਿੰਦ ਕੇਜਰੀਵਾਲ ਦੇ ਉੱਤੇ ਹਮਲਾ ਇਹ ਕੀਤਾ ਕਿ ਭਗਵੰਤ ਮਾਨ ਨੂੰ ਪੰਜਾਬ ਦੇ ਲੋਕਾਂ ਨੇ ਚੀਫ ਮਿਨਿਸਟਰ ਬਣਾਇਆ ਤੇ ਕੇਜਰੀਵਾਲ ਨੇ ਉਹਨੂੰ ਰਬੜ ਦਾ ਗੁੱਡਾ ਬਣਾ ਕੇ ਰੱਖਤਾ, ਜਿਹਦੇ ਨਾਲ ਜਿਹੜਾ ਪੰਜਾਬ ਦਾ ਵਕਾਰ ਹੈ, ਪੰਜਾਬ ਦੀ ਸੈਲਫ ਰਿਸਪੈਕਟ ਹੈ, ਪੰਜਾਬ ਦੀ ਜਿਹੜੀ ਅਣਖ ਹੈ ਉਹਨੂੰ ਬਹੁਤ ਵੱਡੀ ਠੇਸ ਪਹੁੰਚ ਰਹੀ ਆ। ਔਰ ਇਹਦੇ ਨਾਲ ਜਿਹੜਾ ਹੈਗਾ ਉਹ ਨਵਜੋਤ ਸਿੱਧੂ ਦਾ ਇਹ ਕਹਿਣਾ ਸੀ ਇਹ ਕੋਈ ਬੜਾ ਵਧੀਆ ਸੰਕੇਤ ਨਹੀਂ ਹੈ, ਨਾ ਹੀ ਇਹਦੇ ਕੋਈ ਚੰਗੇ ਫਲ ਨਿਕਲਦੇ ਕੋਈ ਇਹਦਾ ਕੋਈ ਨਿਕਲੇਗਾ। ਪੰਜਾਬੀ ਇਸ ਚੀਜ਼ ਨੂੰ ਬੜੀ ਦਿਲ ਬਰਦਾਸ਼ਤ ਨਹੀਂ ਕਰਨ ਲੱਗੇ। ਬੇਸ਼ੱਕ ਜਿਹੜੀਆਂ ਆਪਾਂ ਇਹ ਤਾਂ ਨਵਜੋਤ ਸਿੱਧੂ ਵੱਲੋਂ ਨਹੀਂ ਹੈ, ਮੈਂ ਆਪਣੇ ਵੱਲੋਂ ਕਹਿਣਾ ਬਿਲਕੁਲ ਮੈਂ ਇਹਦੇ ਨਾਲ ਇਤਫਾਕ ਕਰਦਾ। ਬੇਸ਼ੱਕ ਹਾਲੇ ਪੰਜਾਬੀ ਜਿਹੜੇ ਹੈਗੇ ਆ ਉਹ ਵਿਰੋਧੀ ਪਾਰਟੀਆਂ ਵਾਂਗੂ ਇੰਨੇ ਜਿਹੜੇ ਹੈਗੇ ਉਹਨਾਂ ਦੇ ਪੈਰਾਂ ਹੇਠ ਨਹੀਂ ਮੱਚਦੇ, ਪੈਰ ਨਹੀਂ ਮੱਚ ਰਹੇ। ਉਹ ਇਸ ਜਿਹੜੀ ਨਵੀਂ ਸਰਕਾਰ ਹੈ ਜਿਹੜੀ ਐਡਾ ਵੱਡਾ ਬਹੁਮਤ ਦਿੱਤਾ ਉਹਨੂੰ ਇੱਕ ਚਾਂਸ ਦੇਣਾ ਚਾਹੁੰਦੇ ਨੇ, ਪਰ ਜਿਹੜੀਆਂ ਇਹੋ ਜਿਹੀਆਂ ਸਟੇਟਮੈਂਟਸ ਆ ਰਹੀਆਂ ਨੇ ਸਾਰੇ ਪਾਸਿਓਂ, ਈਵਨ ਨਵਜੋਤ ਸਿੱਧੂ ਦਾ ਜੇ ਤੁਸੀਂ ਇਹ ਕਹੋ ਵੀ ਨਵਜੋਤ ਸਿੱਧੂ ਨੂੰ ਇਗਨੋਰ ਕੀਤਾ ਜਾ ਸਕਦਾ, ਨਵਜੋਤ ਸਿੱਧੂ ਵੀ ਪੰਜਾਬ ਦੀ ਇੱਕ ਜਿਹੜੀ ਸੈਕਸ਼ਨ ਆ ਉਹਨੂੰ ਰਿਪਰੈਜ਼ੈਂਟ ਕਰਦੇ ਆ ਜਿਨ੍ਹਾਂ ਦੀ ਓਪੀਨੀਅਨ ਇਹ ਹੈਗੀ ਆ। ਔਰ ਨਵਜੋਤ ਸਿੱਧੂ ਦੀ ਓਪੀਨੀਅਨ ਜਿਹੜਾ ਯੂਥ ਆ ਉਹਦੇ ਵਿੱਚ ਕਾਫੀ ਉਹ ਮਾਇਨਾ ਰੱਖਦੀ ਹੈ। ਸੋ ਨਵਜੋਤ ਸਿੱਧੂ ਨੇ ਇਹਨਾਂ ਦੇ ਵਿੱਚ ਗੱਲ ਆਪਣੀ ਪਾਰਟੀ ਦੇ ਉੱਤੇ ਵੀ ਉਹਨਾਂ ਨੇ ਗੱਲ ਕੀਤੀ ਆ ਕਿ ਜਿਹੜੇ ਪਾਰਟੀ ਦੇ ਆਪਣੇ ਫੈਸਲੇ ਹੋਏ ਤੇ ਉਹ ਜ਼ਿੰਮੇਦਾਰ ਨੇ ਇਸ ਵੇਲੇ ਸਿਚੁਏਸ਼ਨ ਦੇ, ਤੇ ਇੱਥੇ ਤੱਕ ਵੀ ਕਿ ਚਰਨਜੀਤ ਚੰਨੀ ਹੁਣ ਬਾਹਰ ਕਿਉਂ ਨਹੀਂ ਨਿਕਲਦੇ, ਉਹ ਇਹਦੇ ਤੇ ਵੀ ਸਵਾਲ ਖੜਾ ਕੀਤਾ। ਹਰੀਸ਼ ਚੌਧਰੀ ਦੇ ਫੈਸਲਿਆਂ ਦੇ ਉੱਤੇ ਕਾਫੀ ਉਹਨਾਂ ਨੇ ਕਿੰਤੂ ਪਰੰਤੂ ਕੀਤੇ ਨੇ। ਸੋ ਜਿਹੜੀ ਹੈਗੀ ਨਵਜੋਤ ਸਿੱਧੂ ਅੱਜ ਇੱਕ ਹੋਰ ਵੀ ਦਿਲਚਸਪ ਗੱਲ ਹੈ ਕਿ ਜਿਹੜੇ ਨਵੇਂ ਪ੍ਰਧਾਨ ਨੇ ਆਪਣੇ ਰਾਜਾ ਵੜਿੰਗ, ਅਮਰਿੰਦਰ ਸਿੰਘ ਰਾਜਾ ਵੜਿੰਗ, ਉਹਨਾਂ ਨੇ ਆਪਣਾ ਬਤੌਰ ਪ੍ਰਧਾਨਗੀ ਸਾਂਭਣੀ ਹੈ ਤੇ ਮੰਨਿਆ ਜਾ ਰਿਹਾ ਕਿ ਨਵਜੋਤ ਸਿੱਧੂ ਔਰ ਹੋਰ ਜਿਹੜੇ ਵੱਡੇ ਲੀਡਰ ਨੇ ਸਾਰੇ ਦੇ ਸਾਰੇ ਉੱਥੇ ਉਸ ਸਮਾਗਮ ਦੇ ਵਿੱਚ ਪਹੁੰਚਣਗੇ। ਜੀ ਪੰਦੇਰ ਸਾਹਿਬ, ਜਿਹੜੇ ਕਿਸਾਨਾਂ ਨੇ ਕੋਆਪਰੇਟਿਵ ਬੈਂਕਾਂ ਤੋਂ ਲੋਨ ਲਏ ਹੋਏ ਸੀ ਤੇ ਉਹ ਕਰਜ਼ੇ ਦਾ ਆਪਣਾ ਭੁਗਤਾਨ ਨਹੀਂ ਸੀ ਕਰ ਸਕੇ, ਉਹਨਾਂ ਖਿਲਾਫ ਪਿਛਲੇ ਦਿਨੀ ਵਾਰੰਟ ਜਾਰੀ ਕਰ ਦਿੱਤੇ ਗਏ ਸੀ ਤੇ ਕਾਫੀ ਵਿਰੋਧ ਪ੍ਰਦਰਸ਼ਨ ਹੋਇਆ ਤੇ ਹੁਣ ਆਖਰਕਾਰ ਸਰਕਾਰ ਵੱਲੋਂ ਇਹ ਗੱਲ ਸਾਫ਼ ਕੀਤੀ ਗਈ ਹੈ ਵੀ ਕਿਸੇ ਵੀ ਕਿਸਾਨ ਜਿਹਨੇ ਕੋਈ ਲੋਨ ਲਿਆ ਸੀ ਤੇ ਉਹਨੇ ਕਿਸ਼ਤਾਂ ਨਹੀਂ ਭਰੀਆਂ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਏਗਾ। ਬਿਲਕੁਲ ਵਾਸੂ ਜੀ, ਇਹ ਇੱਕ ਕਾਫੀ ਸਮੱਸਿਆ ਬਣ ਗਈ ਆ, ਪਰ ਇਹ ਜਿਹੜਾ ਮਾਮਲਾ ਹੈ ਜ਼ਿਆਦਾ ਫਿਰੋਜ਼ਪੁਰ ਦਾ। ਫਿਰੋਜ਼ਪੁਰ ਦੀ ਜਿਹੜੀ ਜ਼ਿਲ੍ਹਾ ਕੋਆਪਰੇਟਿਵ ਬੈਂਕ ਆ ਉਹਨਾਂ ਨੇ ਕੁਝ ਕਿਸਾਨਾਂ ਦੇ ਖਿਲਾਫ ਵਾਰੰਟ ਜਾਰੀ ਕਰਤੇ ਸੀ ਜਿਹੜੀ ਹੈਗੀ ਆ ਗ੍ਰਿਫਤਾਰੀ ਦੇ, ਕਿਉਂਕਿ ਉਹਨਾਂ ਚੋਂ ਬਹੁਤ ਸਾਰੇ ਕਿਸਾਨਾਂ ਨੇ ਆਪਣੇ ਜਿਹੜੇ ਸੀ ਕਰਜ਼ੇ ਵਾਪਸ ਨਹੀਂ ਸੀ ਕੀਤੇ। ਕੋਈ 35 ਕਰੋੜ ਦੇ ਆਸ-ਪਾਸ ਦੀ ਇਹ ਰਕਮ ਹੈ ਤੇ ਬੈਂਕਾਂ ਨੇ ਤਾਂ ਆਪਣਾ ਜਿਹੜਾ ਲੋਨ ਵਾਪਸ ਲੈਣਾ ਹੀ ਹੁੰਦਾ, ਜਿਹੜਾ ਕਰਜ਼ਾ ਦਿੱਤਾ, ਤੇ ਪਰ ਕਿਸਾਨਾਂ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਵੱਲੋਂ ਇਹ ਤਰਕ ਦਿੱਤਾ ਜਾ ਰਿਹਾ ਸੀ ਕਿ ਕਿਸਾਨ ਉਦੋਂ ਹੀ ਆਪਣਾ ਕਰਜ਼ਾ ਵਾਪਸ ਕਰ ਸਕਦਾ ਜੇ ਉਹਦੀ ਫਸਲ ਠੀਕ ਠਾਕ ਹੋਈ ਹੋਵੇ। ਐਤਕੀ ਇੱਕਦਮ ਜਿਹੜਾ ਤਾਪਮਾਨ ਵਧਣ ਦੇ ਨਾਲ ਜਿਹੜਾ ਟੈਂਪਰੇਚਰ ਵਧਿਆ ਕਲਾਈਮੇਟ ਦਾ, ਜਿਹੜਾ ਕੋਈ 7 ਡਿਗਰੀ ਤੱਕ ਨਾਰਮਲ ਨਾਲੋਂ ਵੱਧ ਹੋ ਗਿਆ, ਉਹਦੇ ਨਾਲ ਕਣਕ ਦਾ ਜਿਹੜਾ ਦਾਣਾ ਉਹ ਜਿਹੜਾ ਸੁੱਕ ਗਿਆ, ਸੁੰਗੜ ਗਿਆ। ਔਰ ਮੰਨਿਆ ਇਹ ਜਾ ਰਿਹਾ ਕਿ 15 ਤੋਂ 20% ਐਤਕੀ ਯੀਲਡ ਜਿਹੜੀ ਹੈਗੀ ਆ ਉਹ ਘਟੇ, ਜਦ ਕਿ ਭਾਰਤ ਔਰ ਖਾਸ ਤੌਰ ਤੇ ਪੰਜਾਬ ਔਰ ਹਰਿਆਣਾ ਜਿਹੜਾ ਹੈ ਇਹ ਐਤਕੀ ਦੇਖ ਰਹੇ ਸੀ ਕਿ ਯੂਕਰੇਨ ਜੰਗ ਕਰਕੇ ਪੰਜਾਬ ਔਰ ਹਰਿਆਣੇ ਤੋਂ ਜਿਹੜੀ ਕਣਕ ਆ ਉਹਦੀ ਚਕਾਈ ਜ਼ਿਆਦਾ ਹੋ ਜੂਗੀ, ਇੱਥੋਂ ਜਿਹੜੀ ਐਕਸਪੋਰਟ ਵੀ ਹੋਣਗੇ, MSP ਤੋਂ ਵੀ ਵੱਧ ਕਈ ਜਗ੍ਹਾ ਦੇ ਉੱਤੇ ਮਿਲ ਰਹੀ ਹੈ। ਸੋ ਇਹਦੇ ਵਿੱਚ ਤੁਹਾਨੂੰ ਕਈ ਗੱਲਾਂ ਸੀਗੀਆਂ ਔਰ ਉਹਦੇ 'ਚ ਉਹ ਕਹਿ ਰਿਹਾ ਉਹ ਇੱਕ ਪਾਸੇ ਤਾਂ ਮਾਰ ਕੁਦਰਤੀ ਮਾਰ ਪਈ ਹੈ, ਦੂਸਰੇ ਪਾਸੇ ਤੁਸੀਂ ਲਿਆ ਕੇ ਇਹ ਫਰਮਾਨ ਖੜੇ ਕਰਤੇ ਤਾਂ ਇਹਦੇ ਨਾਲ ਟਕਰਾਅ ਦਾ ਰਸਤਾ ਆ ਗਿਆ ਸੀ। ਤੇ ਕਈ ਪਾਸੇ ਜਿਵੇਂ ਖੇਤੀ ਕਿਸਾਨ ਯੂਨੀਅਨ ਹੈ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਾ,
ਫਿਰ ਹੋਰ ਜਿਹੜੀ ਹੈਗੀ ਆ ਭਾਰਤੀ ਕਿਸਾਨ ਯੂਨੀਅਨ ਟਿਕਾਉਂਦਾ ਵਾ, ਇਹ ਸਾਰੀਆਂ ਨੇ ਇਹ ਕਿਹਾ ਕਿ ਅਸੀਂ ਭਗਵੰਤ ਮਾਨ ਸਰਕਾਰ ਦੇ ਖਿਲਾਫ ਅੰਦੋਲਨ ਸ਼ੁਰੂ ਕਰਾਂਗੇ। ਬੈਂਕਾਂ ਦੇ ਅਧਿਕਾਰੀਆਂ ਨੇ ਕਿਹਾ ਕਿ ਜੀ ਅਸੀਂ ਸਿਰਫ ਉਹਨਾਂ ਨੂੰ ਵਾਰੰਟ ਇਸ਼ੂ ਕੀਤੇ ਆ ਜਿਨ੍ਹਾਂ ਨੇ ਬਹੁਤ ਚਿਰ ਤੋਂ ਆਪਣੀਆਂ ਕਿਸ਼ਤਾਂ ਜਮ੍ਹਾਂ ਨਹੀਂ ਸੀ ਕੀਤੀਆਂ, ਤੇ ਅਸੀਂ ਕੋਈ ਅਰੈਸਟ ਦਾ ਨਹੀਂ, ਕਹਿੰਦੇ ਵਾਰੰਟ ਕੱਢਣਾ ਆਈ ਥਿੰਕ ਸ਼ਾਇਦ ਕੋਈ ਆਫੀਸ਼ੀਅਲ ਜਿਹੜੀ ਹੁੰਦੀ ਆ ਉਹਨਾਂ ਦੇ ਉੱਤੇ ਵੀ ਕੱਲ੍ਹ ਨੂੰ ਆਡਿਟ ਦਾ ਪੈਂਦਾ ਵੀ ਜੀ ਤੁਹਾਡੇ ਕਰਜ਼ੇ ਵਾਪਸ ਨਹੀਂ ਹੋ ਰਹੇ ਤੇ ਤੁਸੀਂ ਇਹਦੇ ਉੱਤੇ ਕੀ ਕਾਰਵਾਈ ਕੀਤੀ। ਔਰ ਬੇਸ਼ੱਕ ਸ਼ਾਇਦ ਆਫੀਸ਼ੀਅਲ ਕਾਰਵਾਈ ਇੱਕ ਜਿਹਨੂੰ ਕਹਿੰਦੇ ਆ ਰਸਮ ਜਿਹੀ ਕੀਤੀ ਹੋਵੇ, ਪਰ ਇਹਦੇ ਨਾਲ ਸਹਿਮ ਜਾਂ ਇੱਕ ਮਾਹੌਲ ਦੇ ਵਿੱਚ ਜਿਹੜੀ ਥੋੜੀ ਜਿਹੀ ਹੈਗੀ ਟੈਨਸ਼ਨ ਜ਼ਰੂਰ ਆ ਗਈ ਔਰ ਐਜੀਟੇਸ਼ਨ ਦਾ ਕੰਮ ਹੋਣਾ ਸ਼ੁਰੂ ਹੋ ਗਿਆ ਸੀ, ਕਿਉਂਕਿ ਅਸੀਂ ਪਹਿਲਾਂ ਵੀ ਦੇਖਿਆ ਕਿ ਕਈ ਵਾਰੀ ਜਿਹੜੇ ਬੈਂਕਾਂ ਵਾਲੇ ਨੇ ਉਹ ਆਪਣੀਆਂ ਕਿਸ਼ਤਾਂ ਲੈਣ ਵਾਸਤੇ ਪਿੰਡਾਂ 'ਚ ਜਾਂਦੇ ਨੇ ਔਰ ਉਦੋਂ ਬਾਅਦ ਚੋਂ ਕਈ ਕਿਸਾਨਾਂ ਨੇ ਖੁਦਕੁਸ਼ੀਆਂ ਤੱਕ ਕੀਤੀਆਂ ਮਾਯੂਸੀ ਹੋ ਕੇ ਵੀ ਅਸੀਂ ਸਾਡੀ ਬੇਇੱਜ਼ਤੀ ਹੋ ਗਈ ਸਮਾਜ ਦੇ ਵਿੱਚ ਵੀ ਕੁਰਕੀ ਕਰਨ ਆ ਗਏ। ਸੋ ਇਹ ਕਈ ਐਸਪੈਕਟਸ ਨੇ। ਸੋ ਇਹਨੂੰ ਸਾਰੀ ਜਿਹੜੀ ਕਿਸਾਨਾਂ ਦੇ ਵਿੱਚ ਫਿਰ ਕਿਸਾਨ ਜਥੇਬੰਦੀਆਂ ਵੱਲੋਂ ਜਿਹੜੀ ਹੈਗੀ ਆ ਐਜੀਟੇਸ਼ਨ ਦੀ ਥ੍ਰੈਟ, ਅਸੀਂ ਉਹ ਪਹਿਲਾਂ ਵੀ ਗੱਲ ਕਰ ਚੁੱਕੇ ਕਿ ਜਿਹੜੀ ਮੌਜੂਦਾ ਸਰਕਾਰ ਆ ਉਹਦੀ ਪੂਰੀ ਕੋਸ਼ਿਸ਼ ਹੈ ਕਿ ਕਿਸਾਨ ਜਥੇਬੰਦੀਆਂ ਸੜਕਾਂ ਦੇ ਉੱਤੇ ਅੰਦੋਲਨ ਤੇ ਨਾ ਆਉਣ। ਸੋ ਇਹਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੇ ਵਿੱਤ ਮੰਤਰੀ ਨੇ ਹਰਪਾਲ ਚੀਮਾ, ਉਹਨਾਂ ਨੇ ਕਿਹਾ ਕਿ ਇਹ ਭਰੋਸਾ ਦਿੰਦੀ ਹੈ ਸਰਕਾਰ ਕਿ ਕਿਸੇ ਵੀ ਜਿਹੜੇ ਕਿਸਾਨ ਦੇ ਕੋਆਪਰੇਟਿਵ ਲੋਨ ਬਕਾਇਆ ਨੇ, ਉਹਨਾਂ ਦੀਆਂ ਕਿਸ਼ਤਾਂ ਬਕਾਇਆ ਨੇ, ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਊਗੀ ਤੇ ਰੀਪੇਮੈਂਟ ਬਾਰੇ ਵੀ ਉਹਨਾਂ ਨੇ ਇਹ ਇੱਕ ਭਰੋਸਾ ਦਿੱਤਾ ਕਿ ਅਸੀਂ ਜਿਹੜਾ ਰੀਪੇਮੈਂਟ ਦਾ ਵੀ ਕੋਈ ਨਾ ਕੋਈ ਜਲਦੀ ਹੀ ਫਾਰਮੂਲਾ ਲੱਭ ਲਾਂਗੇ। ਪਰ ਨਾਲ ਦੀ ਨਾਲ ਇੱਕ ਰਿਪੋਰਟ ਹੋਰ ਵੀ ਹੈ ਕਿ ਬੇਸ਼ੱਕ ਬਹੁਤ ਸਾਰੇ ਕਿਸਾਨ ਸਿਰਫ ਫਿਰੋਜ਼ਪੁਰ 'ਚ ਨਹੀਂ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਹੈਗਾ, ਬਹੁਤ ਸਾਰੇ ਕਿਸਾਨਾਂ ਨੇ ਕੋਆਪਰੇਟਿਵ ਬੈਂਕਾਂ ਤੋਂ ਲੋਨ ਲਏ ਹੋਏ ਆ ਤੇ ਵਾਪਸ ਨਹੀਂ ਕਰ ਪਾ ਰਹੇ, ਬੈਡ ਲੋਨਸ ਹੋ ਗਏ ਕਈ ਜਗ੍ਹਾ ਦੇ ਉੱਪਰ। ਉਸ ਤੋਂ ਬਾਵਜੂਦ ਵੀ ਜਿਹੜਾ ਹੈਗਾ ਕੋਆਪਰੇਟਿਵ ਬੈਂਕਾਂ ਦਾ ਜਿਹੜਾ ਪ੍ਰੋਫਿਟ ਆ ਉਹ 100 ਗੁਣਾ ਤੋਂ ਉੱਤੇ ਆ। ਇਹ ਲੇਟੈਸਟ ਰਿਪੋਰਟ ਹੈ ਜੀ 2020 ਔਰ 2021 ਦੀ ਵੀ, ਪਿਛਲੇ ਫਾਈਨੈਂਸ਼ੀਅਲ ਈਅਰ ਦੀ। ਸੋ ਜਿਹੜਾ ਹੈਗਾ ਇਹਦੇ ਬਾਰੇ ਗੱਲ ਜਿਹੜੀ ਹੈਗੀ ਆ ਰੀਪੇਮੈਂਟ ਦੀ, ਡੈਟ ਦੀ, ਕੱਲਾ ਕਿਸਾਨਾਂ ਦੇ ਉੱਤੇ ਨਹੀਂ, ਪੰਜਾਬ ਸਰਕਾਰ ਨੇ ਵੀ ਲੋਨ ਵਾਪਸ ਕਰਨੇ ਨੇ। ਉਹ ਇਹ ਜਿਹੜਾ ਕਰਜ਼ਾ ਜਿਹੜਾ ਹੈ ਉਹ ਇੱਕ ਬਹੁਤ ਵੱਡਾ ਇਸ਼ੂ ਬਣਦਾ ਜਾ ਰਿਹਾ। ਤੇ ਬੰਦੇਰ ਸਾਹਿਬ, ਹੁਣ ਖਬਰਾਂ ਆ ਰਹੀਆਂ ਕਿ ਪ੍ਰਸ਼ਾਂਤ ਕਿਸ਼ੋਰ ਨੇ ਜਿਹੜਾ ਪਲਾਨ ਤਿਆਰ ਕਰਕੇ ਦੇਣਾ ਸੀ ਕਾਂਗਰਸ ਨੂੰ, ਉਹਦੇ ਵਿੱਚ ਇਹ ਗੱਲ ਕਹੀ ਗਈ ਆ ਵੀ ਨਵੇਂ ਲੋਕਾਂ ਨੂੰ ਤਾਂ ਸ਼ਾਮਲ ਕਰਨ ਦੀ ਲੋੜ ਹੈ ਕਾਂਗਰਸ ਦੇ ਵਿੱਚ, ਪਰ ਸੋਨੀਆ ਗਾਂਧੀ ਪ੍ਰੈਜ਼ੀਡੈਂਟ ਵਜੋਂ ਜ਼ਰੂਰ ਬਣੇ ਰਹਿਣ। ਹਾਂਜੀ, ਪ੍ਰਸ਼ਾਂਤ ਕਿਸ਼ੋਰ ਦੀ ਜੀ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ 72 ਘੰਟਿਆਂ 'ਚ ਰਿਪੋਰਟ ਸਾਹਮਣੇ ਆ ਜੂਗੀ, ਪਰ ਮੈਨੂੰ ਲੱਗਦਾ ਕਿ ਪ੍ਰਸ਼ਾਂਤ ਕਿਸ਼ੋਰ ਵੀ ਕਾਲਾ ਵਾ ਖਾਸਾ, ਉਹ ਵੀ ਤੱਤੇ ਜਿਹੇ ਸੁਭਾਅ ਦਾ ਹੀ ਬੰਦਾ ਲੱਗਦਾ। ਉਹਨੇ ਇਸ ਤੋਂ ਪਹਿਲਾਂ ਹੀ ਆਪਣੀ ਰਿਪੋਰਟ ਮੇਰੇ ਲੱਗਦਾ ਲੀਕ ਕਰ ਦਿੱਤੀ ਆ। ਸੋ ਸਾਰੀਆਂ ਚੈਨਲ ਦੇ ਉੱਤੇ ਇਹ ਰਿਪੋਰਟ ਚੱਲ ਰਹੀ ਸੀ ਕੱਲ। ਤੋਂ ਕਈ ਤਜਵੀਜ਼ਾਂ ਨੇ, ਉਹਨੇ ਕਿਹਾ ਜੀ ਰਿਵਾਈਵ ਕਰਨ ਦੀ ਲੋੜ ਹੈ ਕਿ ਇੱਕ ਤਾਂ ਪਾਰਟੀ ਦੇ ਵਿੱਚ ਜਿਹੜਾ 올ਡ ਗਾਰਡ ਹੈ, ਜਿਹਨਾਂ ਸਪੈਸ਼ਲੀ G23 ਜਿਹੜਾ ਪ੍ਰਸ਼ਾਂਤ ਕਿਸ਼ੋਰ ਨਾਲ ਬੜਾ ਖੁਸ਼ ਨਹੀਂ ਹੈਗਾ ਉਹਨੂੰ ਲਿਆਉਣ ਦੇ ਉੱਤੇ। ਪ੍ਰਸ਼ਾਂਤ ਕਿਸ਼ੋਰ ਖੁਦ ਕਾਂਗਰਸ ਦੇ ਵਿੱਚ ਆਪਣੇ ਆਪ ਨੂੰ ਇੱਕ ਜਨਰਲ ਸੈਕਟਰੀ ਦੀ ਥਾਂ ਦੇ ਉੱਤੇ ਦੇਖ ਰਹੇ ਆ ਕਿ ਔਰ ਉਹ ਡਿਸੀਜਨ ਮੇਕਿੰਗ ਨਹੀਂ ਮੀਡੀਆ ਦੇ ਵਿੱਚ ਹੀ ਆਪਣੇ ਆਪ ਨੂੰ ਰੱਖਣਾ ਚਾਹੁੰਦੇ ਔਰ ਮੀਡੀਆ 'ਚ ਬਈ ਪਾਰਟੀ ਨੂੰ ਪ੍ਰੋਜੈਕਟ ਕਿਵੇਂ ਕਰਨਾ, ਵਿਚ ਆਈ ਥਿੰਕ ਇਜ਼ ਅ ਵੈਰੀ ਕਲੈਵਰ ਮੂਵ। ਹੋਰ ਉਹ ਕਹਿ ਰਹੇ ਵੀ ਗ੍ਰਾਸ ਰੂਟ ਲੈਵਲ ਦੇ ਉੱਤੇ ਆਰਮੀ ਆਫ ਨਿਊ ਲੀਡਰਸ ਹੋਣੀ ਚਾਹੀਦੀ ਹੈ, ਨਵੇਂ ਲੀਡਰ ਜਿਹੜੇ ਜਿਹੜੀ ਕਾਂਗਰਸ ਦੀ ਕਿਸੇ ਟਾਈਮ ਤੇ ਸਟਰੈਂਥ ਹੁੰਦੀ ਸੀ। ਸੋ ਪ੍ਰਸ਼ਾਂਤ ਕਿਸ਼ੋਰ ਨੇ ਇਹ ਵੀ ਦੱਸਿਆ ਕਿ ਨਰਿੰਦਰ ਮੋਦੀ ਦੀ ਪਪੂਲੈਰਿਟੀ ਇਸ ਲਈ ਵੱਧ ਰਹੀ ਹੈ ਕਿਉਂਕਿ ਉਹ ਇੰਦਰਾ ਗਾਂਧੀ ਦੀ ਤਰ੍ਹਾਂ ਉਹ ਕੰਮ ਕਰ ਰਿਹਾ ਹੈ, ਉਹ ਉਸੇ ਤਰ੍ਹਾਂ ਉਹਨੂੰ ਲੋਕ ਦੇਖ ਰਹੇ ਹੈ ਐਜ਼ ਅ ਸਟਰੋਂਗ ਲੀਡਰ ਔਰ ਇਹੋ ਜਿਹੀ ਇੱਕ ਲੀਡਰਸ਼ਿਪ ਅਮਰਜ ਕਰਾਉਣ ਦੀ ਸਾਨੂੰ ਲੋੜ ਹੈ। ਸੋ ਕਈ ਚੇਂਜਸ ਗੱਲ ਕੀਤੀ ਹੈ ਤੇ ਫਿਰ ਰਾਹੁਲ ਗਾਂਧੀ ਨੂੰ ਤਾਂ ਉਹਨਾਂ ਨੇ ਇੰਡਾਇਰੈਕਟਲੀ ਕਹਿ ਦਿੱਤਾ ਕਿ ਉਹਨੂੰ ਪ੍ਰਧਾਨਗੀ ਜਿਹੜੀ ਹੈਗੀ ਆ ਉਸ ਤੋਂ ਪਰੇ ਰੱਖਣਾ ਚਾਹੀਦਾ। ਪ੍ਰਿਯੰਕਾ ਦਾ ਵੀ ਨਹੀਂ ਕਿਹਾ, ਉਹ ਕਿਹਾ ਸੋਨੀਆ ਗਾਂਧੀ ਨੂੰ, ਕਿਉਂਕਿ ਸੋਨੀਆ ਗਾਂਧੀ ਦੇ ਨਾਲ ਮੋਸਟਲੀ ਜਿਹੜੇ ਲੀਡਰਸ ਨੇ ਉਹਨਾਂ ਦਾ ਇਤਫਾਕ ਹੈਗਾ, ਸੋਨੀਆ ਗਾਂਧੀ ਨੂੰ ਬਤੌਰ ਪ੍ਰਧਾਨ ਰੱਖਿਆ ਜਾਣਾ ਚਾਹੀਦਾ ਜਾਂ ਜਿਹਨੂੰ ਆਪਾਂ ਇਹ ਕਹਿ ਸਕਦੇ ਹਾਂ ਮੈਸਕੌਟ ਜਿਹੜਾ ਹੈਗਾ, ਨਿਸ਼ਾਨੀ ਜਿਹੜੀ ਕਾਂਗਰਸ ਪਾਰਟੀ ਦੀ ਹੈਗੀ ਆ ਉਹ ਸੋਨੀਆ ਗਾਂਧੀ। ਹੁਣ ਪਰ ਸੋਨੀਆ ਗਾਂਧੀ ਨੂੰ ਪ੍ਰਧਾਨ ਰੱਖਣ ਦੇ ਨਾਲ ਨਾਲ ਉਹਨਾਂ ਨੇ ਇੱਕ ਵਰਕਿੰਗ ਪ੍ਰੈਜ਼ੀਡੈਂਟ ਦੀ ਗੱਲ ਕੀਤੀ ਹੈ ਬਈ ਸੋਨੀਆ ਗਾਂਧੀ ਦੇ ਥੱਲੇ ਇੱਕ ਵਰਕਿੰਗ ਪ੍ਰੈਜ਼ੀਡੈਂਟ ਹੋਵੇ ਜਿਹੜਾ ਸਾਰੇ ਫੈਸਲੇ ਕਰੇ ਔਰ ਪਾਰਟੀ ਨੂੰ ਜਿਹੜਾ ਹੈਗਾ ਰੀਜੂਵੀਨੇਟ ਕਰੇ ਔਰ ਸੋਨੀਆ ਗਾਂਧੀ ਉਸ ਨੂੰ ਆਪਣਾ ਆਸ਼ੀਰਵਾਦ ਦੇ ਰੱਖੇ ਤੇ ਸਾਰੇ ਪਾਰਟੀ ਦੇ ਜਿਹੜੇ ਲੀਡਰ ਨੇ ਉਹ ਉਸ ਵਰਕਿੰਗ ਪ੍ਰੈਜ਼ੀਡੈਂਟ ਦੀ ਗੱਲ ਕਰਨ। ਸੋ ਰਾਹੁਲ ਗਾਂਧੀ ਵਾਸਤੇ ਇਹ ਨਹੀਂ ਹੈ ਕਿ ਰਾਹੁਲ ਗਾਂਧੀ ਨੂੰ ਕੋਈ ਰੋਲ ਨਹੀਂ ਦਿੱਤਾ, ਰਾਹੁਲ ਗਾਂਧੀ ਵਾਸਤੇ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਪਾਰਲੀਮੈਂਟ 'ਚ ਜ਼ਿਆਦਾ ਰੋਲ ਕਰਨਾ ਚਾਹੀਦਾ ਔਰ ਜਿਹੜੀ
ਪਾਰਲੀਮੈਂਟਰੀ ਬੋਰਡ ਹੈ ਜਾਂ ਪਾਰਲੀਮੈਂਟਰੀ ਜੋ ਵੀ ਹੈਗਾ ਸਿਸਟਮ ਹੈ ਜਿਹੜਾ ਸੰਸਦ ਦੇ ਵਿੱਚ ਜਿਹੜੇ ਐਮਪੀਜ਼ ਕਰਦੇ ਆ, ਉਹਦੇ ਵਾਸਤੇ ਰਾਹੁਲ ਗਾਂਧੀ ਨੂੰ ਕਿਹਾ ਵੀ ਰਾਹੁਲ ਗਾਂਧੀ ਦਾ ਰੋਲ ਉੱਥੇ ਹੋਣਾ ਚਾਹੀਦਾ ਕਿ ਉਹ ਸਰਕਾਰ ਨੂੰ ਸਵਾਲ ਪੁੱਛਣ ਜਾਂ ਸਰਕਾਰ ਨੂੰ ਅਕਾਊਂਟੇਬਲ ਕਰਨ। ਪ੍ਰਸ਼ਾਂਤ ਕਿਸ਼ੋਰ ਜੀ ਹਾਲੇ ਇਹ ਹੋਰ ਵੀ ਨੇ, ਇੱਕ ਕਹਿੰਦੇ ਜੀ ਇੱਕ ਜਿਹੜੀ ਪ੍ਰੈਜੈਂਟੇਸ਼ਨ ਹੈ ਜਿਹੜੀ ਸੋਨੀਆ ਗਾਂਧੀ ਔਰ ਰਾਹੁਲ ਗਾਂਧੀ ਔਰ ਪ੍ਰਿयंका ਗਾਂਧੀ ਨੂੰ ਦਿਖਾਈ ਗਈ ਆ, ਉਹਦੀ ਪ੍ਰੈਜੈਂਟੇਸ਼ਨ ਦੀ ਹਾਲੇ ਹੋਰ ਲੀਡਰਸ ਨਾਲ ਸ਼ੇਅਰ ਨਹੀਂ ਹੋਈ। ਉਹਦੇ 'ਚ ਉਸ ਪ੍ਰੈਜੈਂਟੇਸ਼ਨ 'ਚ ਕੋਈ 550 ਸਲਾਈਡਸ ਨੇ। ਐਡੀ ਵੱਡੀ ਪ੍ਰੈਜੈਂਟੇਸ਼ਨ, ਇੰਨੀ ਡਿਟੇਲਡ ਪ੍ਰੈਜੈਂਟੇਸ਼ਨ ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਦੀ ਰੀਜੂਵੀਨੇਸ਼ਨ ਵਾਸਤੇ ਤਿਆਰ ਕੀਤੀ ਹੈ। ਕੀ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਹੈ ਉਹ ਉਹਦੇ 'ਚ ਇੰਨਾ ਜਿਹੜੀ ਸਮਰੱਥਾ ਹੈਗੀ ਕਿ ਇਹਦੇ ਵਿੱਚ ਇਹ ਚੇਂਜਸ ਲਿਆਉਣ ਦੀ? ਦੂਸਰੀ ਗੱਲ ਇਹ ਆ ਕਿ ਉਹ ਸਾਰੇ ਚੇਂਜਸ ਪ੍ਰਸ਼ਾਂਤ ਕਿਸ਼ੋਰ ਦੇ ਮੰਨ ਲੈਣਗੇ। ਦੂਸਰੇ ਔਰ ਨਾਲ ਦੀ ਨਾਲ ਇਹ ਵੀ ਹੈਗੀ ਹੈ ਕਿ ਜਿਹੜਾ 올ਡ ਗਾਰਡ ਜਿਹੜਾ ਹੈ ਉਹ ਬੜਾ ਇਹਦੇ 'ਚ ਕੰਫਰਟੇਬਲ ਨਹੀਂ ਹੈ ਕਿ ਕੋਈ ਬੰਦਾ ਬਾਹਰੋਂ ਆ ਕੇ ਪਾਰਟੀ ਪਾਲਿਸੀਜ਼ ਨੂੰ ਡਿਸਾਈਡ ਕਰੇ। ਪਰ ਪ੍ਰਸ਼ਾਂਤ ਕਿਸ਼ੋਰ ਨੇ ਇਹ ਕਿਹਾ ਕਿ ਕਾਂਗਰਸ ਨੇ ਅਗਰ ਆਪਣੇ ਆਪ ਨੂੰ ਰੀਇਨਵੈਂਟ ਕਰਨਾ, ਜਿਹੜੀ ਉਹਦੀ ਕੋਰ ਵੈਲਿਊ ਰਹੀ ਹੈ ਪੁਰਾਣੀ, ਜਿਹਦੇ ਕਰਕੇ ਉਹ ਹੁਣ ਤੱਕ ਐਕਸੈਪਟੇਬਲ ਰਹੀ ਹੈ, ਉਹਦੇ ਉੱਤੇ ਵਾਪਸ ਜਾਣ ਦੀ, ਗੋਇੰਗ ਬੈਕ ਟੂ ਦੀ ਬੇਸਿਕਸ ਜਿਹਨੂੰ ਆਪਾਂ ਪੋਲੀਟੀਕਲ ਸਾਇੰਸ ਦੇ ਵਿੱਚ ਕਹਿ ਦਈਦਾ, ਉਹ ਕਹਿ ਰਿਹਾ ਕਿ ਕਾਂਗਰਸ ਨੂੰ ਆਪਣੀ ਜਿਹੜੀ ਕੋਰ ਵੈਲਿਊਜ਼ ਤੱਕ ਵਾਪਸ ਜਾਣਾ ਚਾਹੀਦਾ, ਉਹਨਾਂ ਨੂੰ ਉਭਾਰਨ ਦੀ ਬਹੁਤ ਵੱਡੀ ਲੋੜ ਹੈ। ਇੱਕ ਪ੍ਰਸ਼ਾਂਤ ਕਿਸ਼ੋਰ ਵੱਲੋਂ ਕਹਿਣ ਦੀ ਗੱਲ ਹੈ। ਪੰਦੇਰ ਸਾਹਿਬ, ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਭਾਰਤ ਆਏ ਹੋਏ ਨੇ। ਕੱਲ ਉਹਨਾਂ ਦਾ ਪਹਿਲਾ ਦਿਨ ਸੀ, ਉਹ ਕਿਹੋ ਜਿਹਾ ਰਿਹਾ ਤੇ ਅੱਜ ਉਹਨਾਂ ਦਾ ਆਖਰੀ ਦੂਸਰਾ ਦਿਨ ਹੈ, ਸੋ ਉਹ ਕੀ ਪ੍ਰੋਗਰਾਮ ਹੈ? ਕੱਲ ਦਾ ਦਿਨ ਬੋਰਿਸ ਜੌਨਸਨ ਦਾ ਵੀ ਆਈ ਥਿੰਕ ਜਿਹੜੇ ਸਿਤਾਰੇ ਨੇ ਉਹ ਹਮੇਸ਼ਾ ਗਰਦਿਸ਼ 'ਚ ਰਹਿੰਦੇ ਨੇ, ਚਾਹੇ ਉਹਨਾਂ ਦੀ ਆਪਣੀ ਯੂਕੇ ਦੇ ਵਿੱਚ ਕੰਟਰੋਵਰਸੀ ਹੋਵੇ। ਕੱਲ ਉਹਨਾਂ ਨੇ ਅਹਿਮਦਾਬਾਦ ਦੇ ਆਪਣਾ ਗੁਜਰਾਤ ਦੇ ਵਿੱਚ ਹੁਣ ਵਡੋਦਰਾ ਕਹਿੰਦੇ, ਬਰੋਡਾ ਜਿਹਨੂੰ ਕਹਿੰਦੇ ਸੀ ਕਿਸੇ ਟਾਈਮ ਤੇ, ਬਰੋਦਾ ਕਹਿੰਦੇ ਸੀ, ਉਹਨੂੰ ਵਡੋਦਰਾ ਕਹਿੰਦੇ। ਵਡੋਦਰਾ ਦੇ ਵਿੱਚ JCB ਕੰਪਨੀ ਦੀ ਇੱਕ ਨਵੀਂ ਫੈਸਿਲਿਟੀ, ਮੈਨੂਫੈਕਚਰਿੰਗ ਫੈਸਿਲਿਟੀ ਆ, ਉਹ ਸਟਾਰਟ ਹੋਣੀ ਸੀ, ਉੱਥੇ ਉਹ ਗਏ ਤੇ ਇੱਕ ਜਿਹੜਾ ਸੀਗਾ ਜੀ ਐਕਸਕਾਵੇਟਰ ਜਾਂ ਬੁਲਡੋਜ਼ਰ ਕਹਿ ਸਕਦੇ ਹੋ, ਉਹਦੇ 'ਚ ਉਹਨਾਂ ਨੇ ਆਪਣੀ ਫੋਟੋ ਓਪਰਚੁਨਿਟੀ ਕੀਤੀ। ਉਹਦੇ ਨਾਲ ਜਦੇ ਹੀ ਹਿਊਮਨ ਰਾਈਟਸ ਆਰਗੇਨਾਈਜੇਸ਼ਨ, ਈਵਨ ਐਮਨੈਸਟੀ ਇੰਟਰਨੈਸ਼ਨਲ ਵਗੈਰਾ ਸਾਰਿਆਂ ਨੇ ਕਹਿਣਾ ਸ਼ੁਰੂ ਕਰਤਾ ਕਿ ਬੋਰਿਸ ਜੌਨਸਨ ਨੂੰ ਸ਼ਾਇਦ ਇਹ ਪਤਾ ਨਹੀਂ ਕਿ ਜਹਾਂਗੀਰਪੁਰੀ ਦੇ ਵਿੱਚ ਇਹੀ ਬੁਲਡੋਜ਼ਰ ਲੋਕਾਂ ਦੀਆਂ ਪ੍ਰਾਪਰਟੀਜ਼ ਦੇ ਉੱਤੇ ਫਿਰਿਆ ਔਰ ਇੰਨੀ ਵਧੀਕੀ ਹੋਈ ਹੈ ਕਿ ਸੁਪਰੀਮ ਕੋਰਟ ਨੂੰ ਉਸ ਦੇ ਵਿੱਚ ਇੰਟਰਵੀਨ ਕਰਨਾ ਪਿਆ। ਸੋ ਇਸ ਲੈਵਲ ਤੇ ਐਮਨੈਸਟੀ ਨੇ ਤਾਂ ਕਿਹਾ ਸ਼ਾਇਦ ਬੋਰਿਸ ਜੌਨਸਨ ਨੂੰ ਪਤਾ ਹੀ ਨਾ ਹੋਵੇ, ਹੀ ਵਾਜ਼ ਇਗਨੋਰੈਂਟ ਅਬਾਊਟ ਇਟ। ਬਟ ਬਹਰਹਾਲ ਇੱਕ ਕੰਟਰੋਵਰਸੀ ਬਣੀ। ਬੋਰਿਸ ਜੌਨਸਨ ਦੇ ਆਉਣ ਵੇਲੇ ਵੀ ਫਸਾਦ ਹੋ ਰਿਹਾ ਦਿੱਲੀ ਦੇ ਵਿੱਚ। ਡੋਨਲਡ ਟਰੰਪ ਆਏ ਸੀ, ਉਦੋਂ ਵੀ ਦਿੱਲੀ 'ਚ ਫਸਾਦ ਹੋ ਰਿਹਾ ਸੀ। ਕੀ ਇਹ ਇੱਕ ਜਿਹੜੇ ਹੈਗੇ ਕੋਇਨਸੀਡੈਂਸ ਹੈ ਕਿ ਜਾਂ ਕੋਈ ਪਲਾਨ ਹੈ? ਇਹ ਆਈ ਥਿੰਕ ਇਹਦੀ ਘੋਖ ਵੀ ਕਰਨ ਦੀ ਲੋੜ ਹੈ। ਦੂਸਰੇ ਪਾਸੇ ਅੱਜ ਉਹਨਾਂ ਨੇ ਅਗੇਨ ਜਿਸ ਤਰ੍ਹਾਂ ਪਹਿਲਾਂ ਵੀ ਅਸੀਂ ਗੱਲ ਕੀਤੀ ਹੈ, ਡੋਨਲਡ ਟਰੰਪ ਦੀ ਗੱਲ ਕਰ ਲਓ, ਜੀਪਿੰਗ ਦੀ ਗੱਲ ਕਰ ਲਓ ਜਾਂ ਜੈਪਨੀਜ਼ ਪ੍ਰਾਈਮ ਮਿਨਿਸਟਰ ਦੀ ਗੱਲ ਕਰ ਲਓ, ਉਹਨਾਂ ਨੂੰ ਗੁਜਰਾਤ ਦੇ ਵਿੱਚ ਰਿਸੀਵ ਕੀਤਾ ਗਿਆ। ਇਸੇ ਤਰ੍ਹਾਂ ਬੋਰਿਸ ਜੌਨਸਨ ਨੂੰ ਵੀ ਗੁਜਰਾਤ 'ਚ ਰਿਸੀਵ ਕੀਤਾ ਗਿਆ। ਉੱਥੇ ਗੌਤਮ ਅਡਾਨੀ ਵੀ ਮਿਲੇ ਆ, ਓਪਰਚੁਨਿਟੀ ਦਿੱਤੀ ਗਈ ਹੈ, ਬਿਜ਼ਨਸ ਓਪਰਚੁਨਿਟੀ ਦੀ ਹੈ। ਤੇ ਅੱਜ ਬੋਰਿਸ ਜੌਨਸਨ ਦਿੱਲੀ ਆ ਰਹੇ ਆ, ਪ੍ਰਧਾਨ ਮੰਤਰੀ ਦੇ ਨਾਲ ਜਿਹੜੀ ਹੈਗੀ ਆ ਰਸਮੀ ਤੌਰ ਤੇ ਜਿਹੜੀ ਮੀਟਿੰਗ ਹੋਣੀ ਆ ਉਹ ਹੋਣੀ ਆ। ਉਹਦੇ ਵਿੱਚ ਕਈ ਪਹਿਲੂ ਨੇ ਉਹਦੇ। ਇੱਕ ਤਾਂ ਕੋਈ 1 ਬਿਲੀਅਨ ਜਿਹੜੀ ਹੈਗੀ ਆ ਪਾਉਂਡ ਸਟਰਲਿੰਗ ਦੀ ਇਨਵੈਸਟਮੈਂਟ ਦੀ ਗੱਲ ਆ, ਬਿਜ਼ਨਸ ਓਪਰਚੁਨਿਟੀਜ਼ ਦੀ ਗੱਲ ਆ। ਦੂਸਰਾ ਸ਼ਾਇਦ ਬੋਰਿਸ ਜੌਨਸਨ ਹੋਰ ਵੀਜ਼ਾਜ਼ ਐਕਸਟੈਂਡ ਕਰਨ ਇੰਡੀਅਨ ਕਮਿਊਨਿਟੀ ਵਾਸਤੇ, ਯੂਕੇ ਦੇ ਵਾਸਤੇ ਵੀਜ਼ਾ ਆਉਣ। ਇੱਕ ਇੰਪੋਰਟੈਂਟ ਇਹ ਵੀ ਗੱਲ ਹੈਗੀ ਆ ਤੇ ਬੋਰਿਸ ਜੌਨਸਨ ਦੀ ਜਿਹੜੀ ਟੀਮ ਆ ਉਹਨਾਂ ਨੇ ਸਬਕ ਜਿਹਾ ਸਿੱਖ ਲਿਆ ਕਿ ਅਸੀਂ ਯੂਕਰੇਨ ਵਾਰ ਦੇ ਉੱਤੇ ਸ਼ਾਇਦ ਇਸ ਇਸ਼ੂ ਨੂੰ ਬਿਲਕੁਲ ਨਹੀਂ ਟੱਚ ਕਰਾਂਗੇ, ਪਰ ਚਾਈਨਾ ਦਾ ਜਿਹੜਾ ਹੈਗਾ ਪੈਸੀਫਿਕ ਰੀਜਨ ਦੇ ਵਿੱਚ ਜਿਹੜਾ ਇਨਫਲੂਐਂਸ ਹੈ, ਸਪੈਸ਼ਲੀ ਜਿਸ ਤਰ੍ਹਾਂ ਸ੍ਰੀਲੰਕਾ ਜਾਂ ਇੰਡੀਅਨ ਓਸ਼ਨ 'ਚ ਜਿਹੜਾ ਚਾਈਨਾ ਦਾ ਇਨਫਲੂਐਂਸ ਹੈ, ਔਰ ਉਹਦੇ ਬਾਰੇ ਜ਼ਰੂਰ ਗੱਲ ਕਰਨੀ ਚਾਹਣਗੇ ਬੋਰਿਸ ਜੌਨਸਨ। ਨਾਲ ਦੀ ਨਾਲ ਜਿਹੜੀ ਹੈਗੀ ਆ ਜਿਹੜਾ ਭਾਰਤ ਦਾ ਪਾਕਿਸਤਾਨ ਦੇ ਨਾਲ, ਹੁਣ ਜਿਹੜੀ ਪਾਕਿਸਤਾਨ ਦੇ ਨਾਲ ਦੀ ਆਰਮੀ ਦੇ ਨਾਲ ਜਿਹੜਾ ਯੂਕੇ ਦਾ ਰਿਲੇਸ਼ਨਸ਼ਿਪ ਆ, ਉਹਦੇ ਕਰਕੇ ਵੀ ਉਹ ਵੀ ਭਾਰਤ ਆਪਣੀਆਂ ਕੁਝ ਜਿਹੜੇ ਉਹਦੇ 'ਚ ਇਸ਼ੂਜ਼ ਨੇ ਉਹ ਬੋਰਿਸ ਜੌਨਸਨ ਦੇ ਸਾਹਮਣੇ ਰੱਖੂਗਾ। ਪਰ ਆਈ ਥਿੰਕ ਸ਼ਾਮ ਤੱਕ ਕੋਈ ਸਟੇਟਮੈਂਟ ਆਏਗੀ ਬਾਹਰ, ਦੇਖਾਂਗੇ। ਲੋਕ ਵੈਸੇ ਵਾਸੂ ਜੀ ਨਾਰਮਲੀ ਈਵਨ ਜਦੋਂ ਡੋਨਲਡ ਟਰੰਪ ਇੱਥੇ ਆਏ ਸੀ, ਲੋਕਾਂ 'ਚ ਨਾ ਇੰਨੀ ਨਹੀਂ ਸੀ ਕੋਈ
ਐਕਸਾਈਟਮੈਂਟ ਜਾਂ ਕੋਈ ਜੀ, ਜੀ। ਇਨਕੁਇਸਟਿਵਨੈਸ ਨਹੀਂ ਸੀ, ਕੋਈ ਲੋਕੀ ਪੁੱਛ ਨਹੀਂ ਸੀ ਜੀ। ਰਹੇ। ਬੋਰਿਸ ਜੌਨਸਨ ਦੀ ਇਸ ਮੀਟਿੰਗ ਦੇ ਜਿਹੜੀ ਹੈਗੀ ਆ ਫੇਰੇ ਦੇ ਉੱਤੇ ਲੋਕੀ ਕਾਫੀ ਜਿਹੜਾ ਹੈਗਾ ਕੰਨ ਗੱਡੀ ਬੈਠੇ ਆ, ਅੱਖਾਂ ਗੱਡੀ ਬੈਠੇ ਆ ਵੀ ਇਹਦੇ ਚ ਕੀ ਡਿਵੈਲਪਮੈਂਟਸ ਹੋ ਰਹੀਆਂ ਨੇ, ਜੀ। ਕੀ ਸਾਡੇ ਤੇ ਇੰਪੈਕਟ ਹੋਏਗਾ। ਜੀ। ਕਾਫੀ ਦਿਲਚਸਪੀ ਹੈ ਲੋਕਾਂ ਦੀ ਇਸ ਜੀ। ਮੀਟਿੰਗ ਦੇ ਵਿੱਚ। ਬੰਦੇਜ ਸਾਹਿਬ, ਇਹ ਸਾਰੀਆਂ ਖਬਰਾਂ ਸਾਡੇ ਨਾਲ ਸਾਂਝੀਆਂ ਕਰਨ ਲਈ ਬਹੁਤ ਧੰਨਵਾਦ ਜੀ। ਕੱਲ ਫਿਰ ਗੱਲਬਾਤ ਹੋਏਗੀ। ਬਹੁਤ ਬਹੁਤ ਸ਼ੁਕਰੀਆ ਜੀ।